ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਡਿਸਕਵਰ ਆਫ ਮਾਈਂਡਸੈਟ ਤੇ। ਤੁਸੀਂ ਕਦੇ ਸੋਚਿਆ ਜਾਂ ਤੁਹਾਡੇ ਮਨ 'ਚ ਇਹ ਸਵਾਲ ਆਏ ਨੇ ਕਿ ਕਿਉਂ ਕੋਈ ਇਨਸਾਨ ਬਹੁਤ ਅਮੀਰ ਹੁੰਦਾ ਹੈ ਤੇ ਦੂਜਾ ਬਹੁਤ ਗਰੀਬ? ਕਿਉਂ ਕੋਈ ਆਪਣੀ ਪੂਰੀ ਲਾਈਫ ਦੁੱਖ 'ਚ ਕੱਟਦਾ ਹੈ ਤੇ ਕੋਈ ਖੁਸ਼ੀ ਨਾਲ ਜਿਉਂਦਾ ਹੈ? ਕਿਉਂ ਕਿਸੇ ਵਿੱਚ ਇੰਨਾ ਕੌਨਫੀਡੈਂਸ ਹੁੰਦਾ ਹੈ ਤੇ ਕੋਈ ਸਾਰੀ ਉਮਰ ਡਰ ਕੇ ਬਿਤਾਉਂਦਾ ਹੈ? ਕਿਉਂ ਕਿਸੇ ਦੀ ਕੋਈ ਲਾ ਇਲਾਜ ਬਿਮਾਰੀ ਵੀ ਠੀਕ ਹੋ ਜਾਂਦੀ ਹੈ ਤੇ ਕਿਸੇ ਦੀ ਇੱਕ ਕਾਮਨ ਜਿਹੀ ਬਿਮਾਰੀ ਵੀ ਠੀਕ ਨਹੀਂ ਹੁੰਦੀ? ਇਸ ਦਾ ਜਵਾਬ ਹੈ ਸਾਡਾ ਸਬਕੌਂਸ਼ੀਅਸ ਮਾਈਂਡ, ਯਾਨੀ ਅਵਚੇਤਨ ਮਨ, ਜਿਹਦੇ ਵਿੱਚ ਇੰਨੀ ਤਾਕਤ ਹੈ ਕਿ ਤੁਸੀਂ ਦੁਨੀਆ ਦੀ ਕੋਈ ਵੀ ਚੀਜ਼ ਹਾਸਿਲ ਕਰ ਸਕਦੇ ਹੋ। ਉਹ ਕਿਸ ਤਰ੍ਹਾਂ, ਆਓ ਦੇਖਦੇ ਹਾਂ। ਐਨਰੀਕੋ ਕੈਰੂਸੋ, ਜੋ ਕਿ ਇੱਕ ਗ੍ਰੇਟ ਸਿੰਗਰ ਸੀ, ਉਹ ਕਹਿੰਦੇ ਨੇ ਕਿ ਇੱਕ ਵਾਰ ਉਹਨਾਂ ਨੂੰ ਗਾਣਾ ਗਾਉਣ ਲਈ ਸਟੇਜ 'ਤੇ ਆਉਣਾ ਸੀ, ਪਰ ਸਟੇਜ ਦਾ ਨਾਂ ਸੁਣ ਕੇ ਉਹਨਾਂ ਦੇ ਦਿਲ 'ਚ ਐਸਾ ਡਰ ਬੈਠਿਆ ਕਿ ਜਿਸ ਨਾਲ ਥੋੜ੍ਹੀ ਦੇਰ ਲਈ ਉਹਨਾਂ ਦਾ ਥਰੋਟ ਪੈਰਾਲਾਈਜ਼ ਹੋ ਗਿਆ। ਇਹ ਡਰ ਉਹਨਾਂ 'ਤੇ ਇਸ ਕਦਰ ਹਾਵੀ ਹੋਇਆ ਕਿ ਉਹਨਾਂ ਦੇ ਗਲੇ ਤੋਂ ਆਵਾਜ਼ ਵੀ ਨਹੀਂ ਨਿਕਲ ਰਹੀ ਸੀ। ਆਡੀਅנס ਦਾ ਸ਼ੋਰ ਸੁਣ ਕੇ ਬੈਕ ਸਟੇਜ 'ਤੇ ਖੜੇ ਕੈਰੂਸੋ ਨੂੰ ਇੰਨੀ ਘਬਰਾਹਟ ਹੋਈ ਕਿ ਜਿਸ ਨਾਲ ਉਹ ਕੰਬਣ ਲੱਗ ਪਏ। ਕੁਝ ਮਿੰਟਾਂ ਬਾਅਦ ਕੈਰੂਸੋ ਨੇ ਆਪਣੀ ਹਿੰਮਤ ਜੁਟਾਈ ਤੇ ਬਿਹਾਈਂਡ ਦ ਸਟੇਜ ਸ਼ਾਊਟ ਕਰਕੇ ਕੁਝ ਇਸ ਤਰੀਕੇ ਨਾਲ ਕਿਹਾ, "The little me wants to strangle the big me within. He said to the little me, get out of here, the big me is going to sing." ਇਹਦੇ ਵਿੱਚ ਸਿੰਗਰ ਨੇ ਖੁਦ ਡਰੇ ਹੋਏ ਨੂੰ ਲਿਟਲ ਮੀ ਤੇ ਆਪਣੇ ਸਬਕੌਂਸ਼ੀਅਸ ਮਾਈਂਡ ਯਾਨੀ ਅਵਚੇਤਨ ਮਨ ਨੂੰ ਬਿਗ ਮੀ ਕਹਿ ਕੇ ਬੁਲਾਇਆ ਹੈ। ਇਸ ਤੋਂ ਬਾਅਦ ਉਹਨਾਂ ਦੇ ਸਬਕੌਂਸ਼ੀਅਸ ਮਾਈਂਡ ਨੇ ਉਹਨਾਂ ਨੂੰ ਇੰਨੀ ਤਾਕਤ ਦਿੱਤੀ ਕਿ ਜਦੋਂ ਉਹਨਾਂ ਨੂੰ ਸਟੇਜ 'ਤੇ ਬੁਲਾਵਾ ਆਇਆ ਤੇ ਉਹਨਾਂ ਨੇ ਇੰਨਾ ਵਧੀਆ ਗਾਇਆ ਕਿ ਉਸ ਤੋਂ ਬਾਅਦ ਆਡੀਅנס ਦੀ ਤਾੜੀਆਂ ਨਾਲ ਉਹ ਹਾਲ ਗੂੰਜ ਉੱਠਿਆ। ਇੱਥੇ ਸਾਡੇ ਸਾਹਮਣੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਆਖਿਰ ਸੱਚਮੁੱਚ ਇਸ ਤਰ੍ਹਾਂ ਹੋ ਸਕਦਾ ਹੈ? ਇਹਦਾ ਜਵਾਬ ਹੈ ਹਾਂ, ਬਿਲਕੁਲ। ਇਸ ਬੁੱਕ ਵਿੱਚ ਸਬਕੌਂਸ਼ੀਅਸ ਮਾਈਂਡ ਦਾ ਜ਼ਿਕਰ ਹੋਇਆ ਹੈ, ਜੋ ਕਿ ਹਰ ਇਨਸਾਨ ਕੋਲ ਇੱਕ ਸੁਪਰ ਪਾਵਰ ਹੈ। ਆਓ ਇਸ ਨੂੰ ਵਿਸਤਾਰ ਨਾਲ ਸਮਝਦੇ ਹਾਂ। ਪੁਆਇੰਟ ਨੰਬਰ 1, ਕੌਨਸ਼ੀਅਸ ਵਰਸਸ ਸਬਕੌਂਸ਼ੀਅਸ ਮਾਈਂਡ। ਕੌਨਸ਼ੀਅਸ ਮਾਈਂਡ ਜੋ ਕਿ ਤੁਹਾਡਾ ਐਕਟਿਵ ਮਾਈਂਡ ਹੈ। ਤੁਸੀਂ ਪੂਰੀ ਅਵੇਅਰਨੈਸ ਨਾਲ ਆਪਣੇ ਪੂਰੇ ਦਿਨ ਦੇ ਫੈਸਲੇ ਕੌਨਸ਼ੀਅਸ ਮਾਈਂਡ ਦੀ ਹੈਲਪ ਨਾਲ ਲੈਂਦੇ ਹੋ, ਜਿਵੇਂ ਕੱਪੜੇ ਖਰੀਦਣਾ, ਗੱਡੀ ਚਲਾਉਣਾ, ਕੁਝ ਖਾਣਾ ਪੀਣਾ ਜਾਂ ਵਾਕ ਕਰਨਾ। ਤੁਸੀਂ ਇਹ ਸਾਰੇ ਡਿਸੀਜਨ ਸੋਚ ਸਮਝ ਕੇ ਆਪਣੀ ਮਰਜ਼ੀ ਨਾਲ ਲੈਂਦੇ ਹੋ। ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਤੁਹਾਡੀ ਹਾਰਟ ਬੀਟ, ਬਲੱਡ ਸਰਕੂਲੇਸ਼ਨ, ਸਾਹ ਲੈਣਾ ਤੇ ਰੋਟੀ ਪਚਾਉਣ ਦਾ ਕੰਮ ਕਿਹਦਾ ਹੈ? ਤੁਹਾਡੇ ਸਬਕੌਂਸ਼ੀਅਸ ਮਾਈਂਡ ਯਾਨੀ ਅਵਚੇਤਨ ਮਨ ਦਾ। ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੋ ਤੁਹਾਡੇ ਸੁੱਤਿਆਂ 'ਤੇ ਤੁਹਾਨੂੰ ਜਿਉਂਦਾ ਰੱਖ ਸਕਦਾ ਹੈ, ਉਹ ਸਬਕੌਂਸ਼ੀਅਸ ਮਾਈਂਡ ਕਿੰਨਾ ਪਾਵਰਫੁਲ ਹੋਏਗਾ। ਤੁਸੀਂ ਕਿਸੇ ਕੰਪਿਊਟਰ ਜਾਂ ਮਸ਼ੀਨ ਨੂੰ ਉਹੀ ਇਨਸਟਰਕਸ਼ਨਸ ਦੇ ਸਕਦੇ ਹੋ ਜੋ ਤੁਸੀਂ ਉਹਦੇ ਵਿੱਚ ਪ੍ਰੋਗਰਾਮ ਕੀਤੀਆਂ ਹੋਣਗੀਆਂ, ਤੇ ਜੇ ਅਗਰ ਕੰਪਿਊਟਰ ਕੋਲ ਉਸ ਦਾ ਜਵਾਬ ਨਹੀਂ ਹੋਏਗਾ ਤਾਂ ਉਹ ਤੁਹਾਨੂੰ ਐਰਰ ਦਿਖਾ ਦੇਗਾ। ਪਰ ਸਬਕੌਂਸ਼ੀਅਸ ਮਾਈਂਡ ਕਦੇ ਵੀ ਤੁਹਾਡੇ ਕੋਲੋਂ ਕੋਈ ਸਵਾਲ ਨਹੀਂ ਪੁੱਛਦਾ। ਉਹ ਤੁਹਾਡੇ ਹਰ ਸਵਾਲ ਦਾ ਜਵਾਬ ਲੱਭਣ ਦਾ ਰਸਤਾ ਲੱਭਦਾ ਹੈ ਤੇ ਉਸ ਨੂੰ ਇੱਕ ਹੁਕਮ ਮੰਨ ਕੇ ਦੇਰ ਸਵੇਰ ਪੂਰਾ ਕਰਦਾ ਹੈ। ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਜਿੰਨੇ ਵੀ ਟਾਈਮ ਦਾ ਕਹਿ ਕੇ ਸੋਵੋਗੇ, ਉਹ ਤੁਹਾਨੂੰ ਠੀਕ ਓਨੇ ਵਜੇ ਜਾਂ ਉਸ ਤੋਂ ਵੀ ਪਹਿਲਾਂ ਉਠਾ ਦੇਗਾ। ਪੁਆਇੰਟ ਨੰਬਰ 2, ਆਟੋ ਸੁਜੈਸ਼ਨ ਵਰਸਸ ਹੀਟਰੋ ਸੁਜੈਸ਼ਨ। ਇਸ ਬੁੱਕ ਵਿੱਚ ਡਾਕਟਰ ਐਵਲਿਨ ਫਲੀਟ ਇੱਕ ਆਰਟੀਕਲ ਦੇ ਬਾਰੇ ਦੱਸਦੇ ਨੇ ਜੋ ਕਿ ਇੰਗਲਿਸ਼ ਨਿਊਜ਼ਪੇਪਰ 'ਚ ਵੀ ਛਪਿਆ ਸੀ ਤੇ ਉਹ ਆਟੋ ਸੁਜੈਸ਼ਨ ਦੇ ਉੱਤੇ ਸੀ। ਆਟੋ ਸੁਜੈਸ਼ਨ ਦਾ ਮਤਲਬ ਹੈ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਜਾਣੇ ਅਣਜਾਣੇ 'ਚ ਜੇ ਤੁਸੀਂ ਕੋਈ ਸੁਝਾਅ ਦਿੰਦੇ ਹੋ ਤਾਂ ਉਹ ਉਸ ਨੂੰ ਸੀਰੀਅਸ ਮੰਨ ਕੇ ਐਕਸੈਪਟ ਕਰ ਲੈਂਦਾ ਹੈ। ਇੱਕ ਬੰਦਾ ਸੀ ਜਿਸ ਦੀ ਡਾਟਰ ਅਪਾਹਿਜ ਸੀ ਤੇ ਉਸ ਨੂੰ ਸਕਿਨ ਦੀ ਵੀ ਬਿਮਾਰੀ ਸੀ। 2 ਸਾਲ ਤੋਂ ਉਹ ਕੁੜੀ ਦਾ ਫਾਦਰ ਆਪਣੇ ਆਪ ਨੂੰ ਰੋਜ਼ ਕਹਿੰਦਾ ਸੀ ਕਿ ਮੇਰੀ ਅਪਾਹਿਜ ਬੇਟੀ ਠੀਕ ਹੋ ਜਾਵੇ, ਭਾਵੇਂ ਇਸ ਦੇ ਬਦਲੇ ਮੇਰੀ ਬਾਂਹ ਕਿਉਂ ਨਾ ਚਲੀ ਜਾਵੇ। ਡਾਕਟਰ ਫਲੀਟ ਕਹਿੰਦੇ ਨੇ ਕਿ ਇੱਕ ਦਿਨ ਉਹ ਆਪਣੀ ਫੈਮਿਲੀ ਨਾਲ ਕਾਰ 'ਚ ਬਾਹਰ ਜਾ ਰਿਹਾ ਸੀ ਤੇ ਰਸਤੇ 'ਚ ਉਹਨਾਂ ਦਾ ਬਹੁਤ ਵੱਡਾ ਐਕਸੀਡੈਂਟ ਹੋ ਜਾਂਦਾ ਹੈ, ਜਿਸ ਵਿੱਚ ਉਸ ਬੰਦੇ ਨੂੰ ਆਪਣੀ ਬਾਂਹ ਗਵਾਉਣੀ ਪਈ। ਤੇ ਜਦੋਂ ਉਸ ਨੂੰ ਹੋਸ਼ ਆਉਂਦਾ ਹੈ ਤਾਂ ਉਸ ਨੂੰ ਪਤਾ ਚੱਲਦਾ ਹੈ ਕਿ ਉਸ ਦੀ ਬੇਟੀ ਬਿਲਕੁਲ ਠੀਕ ਹੋ ਚੁੱਕੀ ਹੁੰਦੀ ਹੈ। ਤੁਹਾਡਾ ਸਬਕੌਂਸ਼ੀਅਸ ਮਾਈਂਡ ਤੁਹਾਡੀ ਕਹੀ ਹਰ ਇੱਕ ਗੱਲ ਨੂੰ ਐਕਸੈਪਟ ਕਰਦਾ ਹੈ। ਤੇ ਦੂਜੇ ਪਾਸੇ ਹੀਟਰੋ ਸੁਜੈਸ਼ਨ ਦਾ ਮਤਲਬ ਹੈ ਕਿ ਜੇ ਤੁਹਾਨੂੰ ਸਾਹਮਣੇ ਕੋਈ ਬੰਦਾ ਆਪਣੇ ਵੱਲੋਂ ਸੁਝਾਅ ਦੇਵੇ ਤੇ ਉਹਨੂੰ ਐਕਸੈਪਟ ਕਰਨਾ ਨਾ ਕਰਨਾ ਤੁਹਾਡੇ ਉੱਤੇ ਹੈ। ਇਸ ਕਿਤਾਬ 'ਚ ਆਥਰ ਐਗਜ਼ਾਮਪਲ ਦੇ ਕੇ ਦੱਸਦੇ ਨੇ ਕਿ ਇੱਕ ਸ਼ਿਪ ਦੇ ਪਾਇਲਟ ਨੂੰ ਕੋਈ ਪੈਸੇਂਜਰ ਜੇ ਆ ਕੇ ਕਹੇ ਕਿ ਤੁਸੀਂ ਠੀਕ ਨਹੀਂ ਲੱਗ ਰਹੇ ਹੋ, ਕਿ ਤੁਸੀਂ ਬਿਮਾਰ ਹੋ, ਸ਼ਾਇਦ ਤੁਹਾਨੂੰ ਸੀ ਸਿਕਨੈਸ ਨਾ ਹੋ ਜਾਵੇ। ਹੁਣ ਜਾਂ ਤਾਂ ਉਸ ਸ਼ਿਪ ਦਾ ਪਾਇਲਟ ਇਸ ਨੂੰ ਆਪਣੇ ਦਿਲੋਂ ਦਿਮਾਗ 'ਤੇ ਹਾਵੀ ਕਰਕੇ ਬਿਮਾਰ ਦੀ ਤਰ੍ਹਾਂ ਫੀਲ ਕਰਨ ਲੱਗ ਜਾਏਗਾ, ਜਾਂ ਉਸ ਦੀ ਗੱਲ ਨੂੰ ਮਖੌਲ ਸਮਝ ਕੇ ਹੱਸ ਪਊਗਾ। ਤੁਹਾਡੇ ਕੌਨਸ਼ੀਅਸ ਮਾਈਂਡ ਦੀ ਮਰਜ਼ੀ ਦੇ ਬਗੈਰ ਤੁਹਾਡਾ ਸਬਕੌਂਸ਼ੀਅਸ ਮਾਈਂਡ ਕੋਈ ਵੀ ਐਕਸ਼ਨ ਨਹੀਂ ਲੈ ਸਕਦਾ। ਜੇ ਤੁਹਾਡਾ ਕੌਨਸ਼ੀਅਸ ਮਾਈਂਡ ਕਿਸੇ ਦੀ ਸਲਾਹ ਜਾਂ ਕਹੀ ਗੱਲ ਨੂੰ ਐਕਸੈਪਟ ਜਾਂ ਰਿਜੈਕਟ ਕਰਦਾ ਹੈ ਤਾਂ ਸਬਕੌਂਸ਼ੀਅਸ ਮਾਈਂਡ ਬਿਨਾਂ ਤੁਹਾਡੇ ਮਾਈਂਡ ਨੂੰ ਸਵਾਲ ਕੀਤੇ ਉਸ ਗੱਲ ਨੂੰ ਸੱਚ ਮੰਨ ਲਏਗਾ। ਜਿਵੇਂ ਤੁਹਾਨੂੰ ਕੋਈ ਘਰ ਦਾ ਬਜ਼ੁਰਗ ਕਹੇ ਕਿ ਇਹ ਕੰਮ ਸ਼ਾਮ ਨੂੰ ਜਾਂ ਵੀਰਵਾਰ ਨੂੰ ਨਹੀਂ ਕਰਨਾ ਚਾਹੀਦਾ,
ਜੇ ਤੁਹਾਡੇ ਵਜ੍ਹਾ ਪੁੱਛਣ ਤੇ ਜੋ ਵੀ ਜਵਾਬ ਤੁਹਾਨੂੰ ਮਿਲੇਗਾ ਤੇ ਉਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਸ ਨੂੰ ਮੰਨ ਲੈਂਦੇ ਹੋ ਜਾਂ ਆਪਣੀ ਸੂਝ-ਬੂਝ ਨਾਲ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਆਪਣਾ ਫੈਸਲਾ ਦੱਸਦੇ ਹੋ। ਆਪਣੀ ਜ਼ਿੰਦਗੀ 'ਚ ਜੇ ਤੁਸੀਂ ਖੁਸ਼ੀ, ਕਾਮਯਾਬੀ, ਪੈਸਾ ਜਾਂ ਸਿਹਤ ਕੁਝ ਵੀ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਸਭ 3 ਸਟੈਪ ਫੋਲੋ ਕਰਕੇ ਕਰ ਸਕਦੇ ਹੋ। ਪਹਿਲਾ ਸਟੈਪ ਹੈ ਬਰਨਿੰਗ ਡਿਜ਼ਾਇਰ। ਤੁਹਾਨੂੰ ਆਪਣੀ ਲਾਈਫ 'ਚ ਉਹ ਚੀਜ਼ ਨਹੀਂ ਮਿਲੇਗੀ ਜੋ ਤੁਹਾਨੂੰ ਚਾਹੀਦੀ ਹੈ, ਬਲਕਿ ਤੁਹਾਨੂੰ ਉਹ ਚੀਜ਼ ਮਿਲੇਗੀ ਜੋ ਤੁਹਾਨੂੰ ਚਾਹੀਦੀ ਹੀ ਚਾਹੀਦੀ ਹੈ। ਤੁਹਾਨੂੰ ਕਾਮਯਾਬੀ ਪਾਉਣ ਲਈ ਜ਼ਿੱਦੀ ਬਣਨਾ ਪਊਗਾ। ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਆਪਣੀ ਬਰਨਿੰਗ ਡਿਜ਼ਾਇਰ ਯਾਨੀ ਇੱਛਾ ਦੱਸਣੀ ਪਊਗੀ, ਤਾਂ ਇਸ ਚੀਜ਼ ਤੇ ਤੁਹਾਡਾ ਮਾਈਂਡ ਅਟਲ ਹੋ ਜਾਏਗਾ। ਦੂਸਰਾ ਸਟੈਪ ਕਹਿੰਦਾ ਹੈ ਤੁਸੀਂ ਜੋ ਵੀ ਚੀਜ਼ ਦੀ ਇੱਛਾ ਰੱਖਦੇ ਹੋ ਉਸ ਦਾ ਤੁਹਾਨੂੰ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਇੱਕ ਦਿਨ ਉਹ ਚੀਜ਼ ਚਾਹੇ ਕਾਮਯਾਬੀ ਜਾਂ ਪੈਸਾ ਤੁਹਾਡੇ ਕੋਲ ਜ਼ਰੂਰ ਹੋਏਗੀ। ਤੁਹਾਡਾ ਭਰੋਸਾ ਕਦੇ ਟੁੱਟਣਾ ਨਹੀਂ ਚਾਹੀਦਾ। ਤੇ ਤੀਜਾ ਸਟੈਪ ਹੈ ਯੂ ਹੈਵ ਟੂ ਲਿਵ ਇਨ ਦੈਟ ਮੂਮੈਂਟ। ਮਤਲਬ ਤੁਹਾਨੂੰ ਇਹ ਸਭ ਕੁਝ ਫੀਲ ਕਰਨਾ ਹੈ ਕਿ ਸੱਚਮੁੱਚ ਤੁਹਾਨੂੰ ਉਹ ਸਭ ਕੁਝ ਮਿਲ ਚੁੱਕਿਆ ਹੈ ਜੋ ਵੀ ਤੁਹਾਨੂੰ ਆਪਣੀ ਲਾਈਫ 'ਚ ਚਾਹੀਦਾ ਸੀ। ਤੁਸੀਂ ਆਪਣੀ ਲਾਈਫ ਦੇ ਉਹ ਸੋਹਣੇ ਪਲ ਜੀ ਰਹੇ ਹੋ। ਇਸ ਨਾਲ ਤੁਹਾਡਾ ਸਬਕੌਂਸ਼ੀਅਸ ਮਾਈਂਡ ਤੁਹਾਨੂੰ ਨਵੇਂ-ਨਵੇਂ ਰਸਤੇ ਤੇ ਆਈਡੀਆਜ਼ ਦੱਸਣੇ ਸ਼ੁਰੂ ਕਰ ਦਊਗਾ, ਜਿਸ ਨਾਲ ਤੁਸੀਂ ਉਸ ਮੁਕਾਮ ਤੱਕ ਪਹੁੰਚ ਜਾਓਗੇ। ਦੋਸਤੋ, ਇਹ ਬੁੱਕ ਜਿਸ ਦਾ ਨਾਮ ਹੈ ਦ ਪਾਵਰ ਆਫ ਸਬਕੌਂਸ਼ੀਅਸ ਮਾਈਂਡ, ਇਸ ਵਿੱਚ ਉਹਨਾਂ ਸਾਰਿਆਂ ਲੋਕਾਂ ਦੀਆਂ ਸੱਚੀਆਂ ਘਟਨਾਵਾਂ ਦੇ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਆਪਣੇ ਮਾਈਂਡ ਨੂੰ ਜੋ ਕਿਹਾ ਤੇ ਉਸ ਤੇ ਵਿਸ਼ਵਾਸ ਕੀਤਾ, ਫਿਰ ਉਸ ਤੇ ਐਕਸ਼ਨਸ ਲੈ ਕੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਇਆ। ਇਹ ਬੁੱਕ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਤਿੰਨੋਂ ਲੈਂਗੁਏਜ ਵਿੱਚ ਅਵੇਲੇਬਲ ਹੈ। ਤੁਸੀਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਹ ਬੁੱਕ ਖਰੀਦ ਸਕਦੇ ਹੋ। ਆਖਿਰ ਵਿੱਚ ਲਾਈਕ ਤੇ ਸਬਸਕ੍ਰਾਈਬ ਕਰਕੇ ਸਪੋਰਟ ਕਰੋ ਇਸ ਚੈਨਲ ਨੂੰ ਤੇ ਜਲਦੀ ਹੀ ਮਿਲਦੇ ਹਾਂ ਅਗਲੀ ਵੀਡੀਓ 'ਚ। ਸਤਿ ਸ਼੍ਰੀ ਅਕਾਲ।